ਸਭ ਦਾ ਸਵਾਗਤ ਹੈ ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ। ਅੱਜ ਆਪਾਂ ਫੋਰਐਵਰ ਲਿਵਿੰਗ ਪ੍ਰੋਡਕਟਸ ਯਾਨੀ FLP ਦੇ ਕੰਪਨਸੇਸ਼ਨ ਪਲਾਨ ਬਾਰੇ ਬਿਲਕੁਲ ਨਿਰਪੱਖ ਅਤੇ ਡੂੰਘਾਈ ਨਾਲ ਚਰਚਾ ਕਰਨ ਜਾ ਰਹੇ ਹਾਂ। ਆਓ ਇਸ ਮਾਰਕੀਟਿੰਗ ਪਲਾਨ ਦੇ ਪਿੱਛੇ ਦੀ ਅਸਲ ਸਿਰਫ ਤੱਥਾਂ ਅਤੇ ਅੰਕੜਿਆਂ ਨੂੰ ਸਾਹਮਣੇ ਰੱਖਿਆ ਜਾਵੇਗਾ ਜੋ ਸਿੱਧੇ ਤੌਰ ਤੇ ਮੂਲ ਸਰੋਤਾਂ ਤੋਂ ਲਏ ਗਏ ਹਨ। ਇੱਕ ਢਾਂਚਾਗਤ ਪ੍ਰਣਾਲੀ ਅਸਲ ਵਿੱਚ ਕਿਵੇਂ ਕੰਮ ਕਰਦੀ ਹੈ, ਇਹ ਜਾਣਨਾ ਹਮੇਸ਼ਾ ਬਹੁਤ ਰੋਮਾਂਚਕ ਹੁੰਦਾ ਹੈ। ਸੋ ਅੱਜ ਦੇ ਇਸ ਸਫ਼ਰ ਵਿੱਚ ਆਪਾਂ 6 ਮੁੱਖ ਗੱਲਾਂ ਤੇ ਝਾਤ ਮਾਰਾਂਗੇ। ਨੈਟਵਰਕ ਅਤੇ ਰਵਾਇਤੀ ਮਾਰਕੀਟਿੰਗ ਵਿੱਚ ਫਰਕ, ਕੇਸ ਕ੍ਰੈਡਿਟ ਦਾ ਫੰਡਾ, ਆਮਦਨ ਦੇ ਵੱਖਰੇ ਪੱਧਰ, 4cc ਵਾਲਾ ਇੰਜਨ, ਮਿਲਣ ਵਾਲੇ ਇਨਾਮ ਤੇ ਬੋਨਸ ਅਤੇ ਅੰਤ ਵਿੱਚ ਕੰਪਨੀ ਦੇ ਕੁਝ ਬੁਨਿਆਦੀ ਨਿਯਮ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੈਟਵਰਕ ਮਾਰਕੀਟਿੰਗ ਅਤੇ ਰਵਾਇਤੀ ਮਾਰਕੀਟਿੰਗ ਮਾਡਲ ਦੇ ਫਰਕ ਬਾਰੇ। ਅਕਸਰ ਇਹ ਸਵਾਲ ਉੱਠਦਾ ਹੈ ਕਿ ਇਹ ਦੋਵੇਂ ਮਾਡਲ ਆਪਸ ਵਿੱਚ ਵੱਖਰੇ ਕਿਵੇਂ ਨੇ? ਦੇਖੋ, ਸੈਮਸੰਗ ਵਰਗੀਆਂ ਰਿਵਾਇਤੀ ਕੰਪਨੀਆਂ ਆਪਣਾ ਕਰੋੜਾਂ ਦਾ ਬਜਟ ਟੀਵੀ ਇਸ਼ਤਿਹਾਰਾਂ, ਮਸ਼ਹੂਰ ਹਸਤੀਆਂ ਅਤੇ ਲੰਬੀ ਸਪਲਾਈ ਚੇਨ ਤੇ ਖਰਚ ਕਰਦੀਆਂ ਨੇ। ਪਰ ਨੈਟਵਰਕ ਮਾਰਕੀਟਿੰਗ ਵਿੱਚ ਇਹ ਵਿਚੋਲੇ ਬਿਲਕੁਲ ਗਾਇਬ ਹੋ ਜਾਂਦੇ ਨੇ। ਇੱਥੇ ਆਮ ਲੋਕ ਯਾਨੀ ਕਿ ਡਿਸਟ੍ਰੀਬਿਊਟਰ ਹੀ ਅਸਲ ਮਾਰਕੀਟਿੰਗ ਬਜਟ ਹੁੰਦੇ ਨੇ। ਜੋ ਪੈਸਾ ਇਸ਼ਤਿਹਾਰਾਂ ਤੇ ਲੱਗਣਾ ਸੀ, ਉਹ ਸਿੱਧਾ ਕਮਿਸ਼ਨ ਦੇ ਰੂਪ ਵਿੱਚ ਡਿਸਟ੍ਰੀਬਿਊਟਰਾਂ ਦੀ ਜੇਬ ਵਿੱਚ ਜਾਂਦਾ ਹੈ। ਬੜਾ ਸਿੱਧਾ ਜਿਹਾ ਗਣਿਤ ਹੈ। ਹੁਣ ਅੱਗੇ ਵਧਦੇ ਹਾਂ ਦੂਜੇ ਅਤੇ ਸਭ ਤੋਂ ਅਹਿਮ ਹਿੱਸੇ ਵੱਲ, ਕੇਸ ਕ੍ਰੈਡਿਟ, ਜਿਸ ਨੂੰ ਆਮ ਤੌਰ ਤੇ CC ਕਿਹਾ ਜਾਂਦਾ ਹੈ। ਸੋ ਇਹ CC ਆਖਰ ਹੈ ਕੀ? ਕਿਉਂਕਿ ਕੰਪਨੀ 170 ਤੋਂ ਵੱਧ ਦੇਸ਼ਾਂ ਵਿੱਚ ਚੱਲਦੀ ਹੈ ਤੇ ਹਰ ਦੇਸ਼ ਦੀ ਕਰੰਸੀ ਵੱਖਰੀ ਹੈ, ਇਸ ਲਈ ਕਾਰੋਬਾਰ ਨੂੰ ਮਾਪਣ ਲਈ ਇੱਕ ਸਾਂਝੀ ਭਾਸ਼ਾ ਦੀ ਲੋੜ ਸੀ। ਇਸੇ ਲਈ ਇੱਕ ਗਲੋਬਲ ਪੁਆਇੰਟ ਸਿਸਟਮ ਬਣਾਇਆ ਗਿਆ। ਇੱਕ CC ਦਾ ਮਤਲਬ ਹੈ ਪੂਰੇ 1000 ਪੁਆਇੰਟ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਜਦੋਂ ਲਗਭਗ 20 ਤੋਂ 22,000 ਰੁਪਏ ਦੇ ਉਤਪਾਦਾਂ ਦੀ ਵਿਕਰੀ ਹੁੰਦੀ ਹੈ ਤਾਂ ਉਹ ਇੱਕ CC ਬਣ ਜਾਂਦਾ ਹੈ। ਆਉਣ ਵਾਲਾ ਸਾਰਾ ਹਿਸਾਬ-ਕਿਤਾਬ, ਪੱਧਰ ਅਤੇ ਪ੍ਰਮੋਸ਼ਨ ਇਸੇ CC ਦੇ ਆਲੇ-ਦੁਆਲੇ ਘੁੰਮਣਗੇ, ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ। ਚਲੋ ਹੁਣ ਤੀਜੇ ਭਾਗ ਤੇ ਆਉਂਦੇ ਹਾਂ, ਜੋ ਕਿ ਪੱਧਰ ਅਤੇ ਆਮਦਨ ਦੇ ਢਾਂਚੇ ਬਾਰੇ ਹੈ। ਇਸ ਸਿਸਟਮ ਵਿੱਚ ਤਰੱਕੀ ਦੀ ਪੌੜੀ ਬੜੇ ਦਿਲਚਸਪ ਤਰੀਕੇ ਨਾਲ ਬਣਾਈ ਗਈ ਹੈ। ਕੁੱਲ 5 ਪੜਾਅ ਨੇ। ਸ਼ੁਰੂਆਤ ਹੁੰਦੀ ਹੈ ਪ੍ਰੈਫਰਡ ਕਸਟਮਰ ਤੋਂ, ਜਿਸ ਲਈ ਘੱਟੋ-ਘੱਟ 5,000 ਰੁਪਏ ਦੀ ਖਰੀਦ ਕਰਨੀ ਪੈਂਦੀ ਹੈ, ਜਿਸ ਨਾਲ ਲੋਕਾਂ ਨੂੰ ਸਪਾਂਸਰ ਕਰਨ ਦਾ ਹੱਕ ਮਿਲ ਜਾਂਦਾ ਹੈ। ਫਿਰ ਆਉਂਦਾ ਹੈ 2cc ਵਾਲਾ ਅਸਿਸਟੈਂਟ ਸੁਪਰਵਾਈਜ਼ਰ, ਉਸ ਤੋਂ ਬਾਅਦ 25cc ਵਾਲਾ ਸੁਪਰਵਾਈਜ਼ਰ, ਫਿਰ 60cc ਨਾਲ ਅਸਿਸਟੈਂਟ ਮੈਨੇਜਰ ਅਤੇ ਅੰਤ ਵਿੱਚ 120 ਜਾਂ 150cc ਦੇ ਨਾਲ ਮੈਨੇਜਰ ਪੱਧਰ। ਸਰੋਤਾਂ ਮੁਤਾਬਿਕ ਇੱਕ ਬੜੀ ਖਾਸ ਗੱਲ ਇਹ ਹੈ ਕਿ ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਆਮ ਤੌਰ ਤੇ ਲਗਾਤਾਰ 2 ਮਹੀਨੇ ਦਾ ਸਮਾਂ ਮਿਲਦਾ ਹੈ। ਔਰ ਸਭ ਤੋਂ ਕਮਾਲ ਦੀ ਗੱਲ ਇਹ ਦੱਸੀ ਗਈ ਹੈ ਕਿ ਇੱਥੇ ਕੋਈ ਡਿਮੋਸ਼ਨ ਯਾਨੀ ਕਿ ਅਹੁਦਾ ਘਟਣ ਵਾਲੀ ਗੱਲ ਨਹੀਂ ਹੈ। ਇੱਕ ਵਾਰ ਜੋ ਪੱਧਰ ਮਿਲ ਗਿਆ, ਸਮਝੋ ਉਹ ਪੱਕਾ ਹੋ ਗਿਆ। ਜੇਕਰ ਆਮਦਨ ਵਾਲੇ ਪਾਸੇ ਝਾਤ ਮਾਰੀਏ ਤਾਂ ਫਾਰਮੂਲਾ ਬਿਲਕੁਲ ਸਾਫ਼ ਹੈ। ਜਿਵੇਂ-ਜਿਵੇਂ ਅਹੁਦਾ ਵੱਡਾ ਹੁੰਦਾ ਹੈ, ਕਮਾਈ ਦਾ ਪ੍ਰਤੀਸ਼ਤ ਵੀ ਵੱਧਦਾ ਜਾਂਦਾ ਹੈ। ਉਤਪਾਦਾਂ ਤੇ ਮਿਲਣ ਵਾਲੀ ਛੋਟ ਅਸਿਸਟੈਂਟ ਸੁਪਰਵਾਈਜ਼ਰ ਬਣਨ ਤੋਂ ਬਾਅਦ 30% ਤੇ ਜਾ ਕੇ ਟਿਕ ਜਾਂਦੀ ਹੈ। ਪਰ ਅਸਲ ਖੇਡ ਕੈਸ਼ਬੈਕ ਅਤੇ ਰੈਫਰਲ ਆਮਦਨ ਵਿੱਚ ਹੈ। ਇੱਕ ਮੈਨੇਜਰ ਦੇ ਪੱਧਰ ਤੇ 18% ਤੱਕ ਕੈਸ਼ਬੈਕ ਅਤੇ 43% ਤੱਕ ਦੀ ਰੈਫਰਲ ਆਮਦਨ ਮਿਲ ਸਕਦੀ ਹੈ। ਮਤਲਬ ਕਿ ਇਹ ਪੂਰਾ ਢਾਂਚਾ ਲਗਾਤਾਰ ਵਿਕਰੀ ਵਧਾਉਣ ਅਤੇ ਉੱਪਰਲੇ ਪੱਧਰਾਂ ਤੱਕ ਪਹੁੰਚਣ ਲਈ ਇੱਕ ਜ਼ਬਰਦਸਤ ਪ੍ਰੇਰਣਾ ਦਾ ਕੰਮ ਕਰਦਾ ਹੈ। ਹੁਣ ਵਾਰੀ ਹੈ ਚੌਥੇ ਭਾਗ ਦੀ। ਇਸ ਨੂੰ ਆਪਾਂ ਇਸ ਪੂਰੇ ਕਾਰੋਬਾਰ ਦਾ ਮੁੱਖ ਇੰਜਨ ਕਹਿ ਸਕਦੇ ਹਾਂ, 4cc ਐਕਟਿਵ ਯੋਗਤਾ। ਇਸ ਮਾਡਲ ਦੀ ਅਸਲ ਜਾਨ ਇਹ 1+3 ਯਾਨੀ 1+3 ਦਾ ਫਾਰਮੂਲਾ ਹੀ ਹੈ। ਸਾਫ਼ ਲਫ਼ਜ਼ਾਂ ਵਿੱਚ ਕਹੀਏ ਤਾਂ ਜੇਕਰ ਟੀਮ ਦੀ ਮਿਹਨਤ ਦਾ ਬੋਨਸ ਲੈਣਾ ਹੈ ਤਾਂ ਖੁਦ ਵੀ ਮੈਦਾਨ ਵਿੱਚ ਡਟੇ ਰਹਿਣਾ ਪਵੇਗਾ। ਹਰ ਮਹੀਨੇ 4cc ਦਾ ਕਾਰੋਬਾਰ ਕਰਨਾ ਬਿਲਕੁਲ ਲਾਜ਼ਮੀ ਹੈ। ਇਸ ਵਿੱਚੋਂ 1cc ਆਪਣੀ ਨਿੱਜੀ ID ਰਾਹੀਂ ਖਰੀਦ ਜਾਂ ਪਰਚੂਨ ਵਿਕਰੀ ਤੋਂ ਆਉਣਾ ਚਾਹੀਦਾ ਹੈ ਤੇ ਬਾਕੀ ਦੇ 3cc ਬਿਲਕੁਲ ਨਵੇਂ ਟੀਮ ਮੈਂਬਰਾਂ ਤੋਂ। ਸੋ ਇੱਕ ਗੱਲ ਇੱਥੇ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਹੋ ਜਾਂਦੀ ਹੈ ਕਿ ਇਸ ਪ੍ਰਣਾਲੀ ਵਿੱਚ ਬਿਨਾਂ ਕੁਝ ਕੀਤੇ 100% ਪੈਸਿਵ ਆਮਦਨ ਵਾਲਾ ਕੋਈ ਜਾਦੂ ਨਹੀਂ ਹੈ। ਟੀਮ ਦਾ ਬੋਨਸ ਲੈਣਾ ਹੈ ਤਾਂ ਲਗਾਤਾਰ ਆਪਣੀ ਨਿੱਜੀ ਵਿਕਰੀ ਕਰਦੇ ਰਹਿਣਾ ਹੀ ਪੈਣਾ ਹੈ। ਇੱਥੋਂ ਆਪਾਂ 5ਵੇਂ ਭਾਗ ਵਿੱਚ ਪ੍ਰਵੇਸ਼ ਕਰਦੇ ਹਾਂ, ਜਿੱਥੇ ਗੱਲ ਹੁੰਦੀ ਹੈ ਵੱਡੇ ਇਨਾਮਾਂ ਅਤੇ ਬੋਨਸਾਂ ਦੀ। ਆਮਦਨ ਤੋਂ ਇਲਾਵਾ ਕੰਪਨੀ ਵੱਲੋਂ ਕਾਰ ਪਲਾਨ ਵਰਗੇ ਕੁਝ ਖਾਸ ਇਨਾਮ ਵੀ ਦਿੱਤੇ ਜਾਂਦੇ ਨੇ, ਜੋ ਪੂਰੇ 36 ਮਹੀਨੇ ਯਾਨੀ 3 ਸਾਲਾਂ ਲਈ ਮਿਲਦੇ ਨੇ। ਪਰ ਇਹ ਚਾਲੂ ਕਿਵੇਂ ਹੁੰਦੇ ਨੇ? ਬੜਾ ਦਿਲਚਸਪ ਤਰੀਕਾ ਹੈ। ਕਿਸੇ ਵੀ ਪੱਧਰ ਨੂੰ ਪਾਰ ਕਰਨ ਲਈ ਲਗਾਤਾਰ 3 ਮਹੀਨੇ ਟੀਮ ਨਾਲ ਮਿਲ ਕੇ ਇੱਕ ਖਾਸ ਟੀਚਾ ਪੂਰਾ ਕਰਨਾ ਹੁੰਦਾ ਹੈ। ਮੰਨ ਲਓ ਪੱਧਰ 1 ਦੀ ਗੱਲ ਕਰੀਏ ਤਾਂ ਪਹਿਲੇ ਮਹੀਨੇ 85cc, ਦੂਜੇ ਮਹੀਨੇ 100 ਅਤੇ ਤੀਜੇ ਮਹੀਨੇ 150cc ਦੀ ਲੋੜ ਪਵੇਗੀ। ਜੇਕਰ ਇਹ ਹੋ ਗਿਆ ਤਾਂ ਅਗਲੇ 36 ਮਹੀਨਿਆਂ ਤੱਕ ਆਮਦਨ ਤੋਂ ਇਲਾਵਾ 26,000 ਰੁਪਏ ਪ੍ਰਤੀ ਮਹੀਨਾ ਵੱਖਰਾ ਮਿਲੇਗਾ ਤੇ ਪੱਧਰ 3 ਤੱਕ ਪਹੁੰਚਦਿਆਂ ਇਹ ਰਕਮ 52,000 ਰੁਪਏ ਹੋ ਜਾਂਦੀ ਹੈ। ਜ਼ਾਹਿਰ ਹੈ ਇਹ ਇਨਾਮ ਲਗਾਤਾਰ ਵਧ ਰਹੇ ਪ੍ਰਦਰਸ਼ਨ ਦੀ ਹੀ ਮੰਗ ਕਰਦਾ ਹੈ।
ਅਤੇ ਇੱਕ ਬਹੁਤ ਹੀ ਖਾਸ ਅੰਕੜਾ ਹੈ 720। ਇਹ ਨੰਬਰ ਅੰਤਰਰਾਸ਼ਟਰੀ ਸਫ਼ਰਾਂ ਜਿਵੇਂ ਕਿ ਈਗਲ ਮੈਨੇਜਰ ਰਿਟਰੀਟ ਲਈ ਕੁਆਲੀਫਾਈ ਕਰਨ ਵਾਸਤੇ ਇੱਕ ਵੱਡੀ ਸ਼ਰਤ ਹੈ। ਸਰੋਤਾ ਮੁਤਾਬਿਕ 1 ਸਾਲ ਦੇ ਅੰਦਰ ਪੂਰੀ ਟੀਮ ਦੇ ਨਾਲ ਮਿਲ ਕੇ 720 ਸੀਸੀ ਦਾ ਪਹਾੜ ਜਿੱਡਾ ਕਾਰੋਬਾਰ ਕਰਨਾ ਪੈਂਦਾ ਹੈ। ਤੇ ਹਾਂ, ਇਸ ਵਿੱਚੋਂ 100 ਸੀਸੀ ਤਾਂ ਬਿਲਕੁਲ ਨਵੇਂ ਲੋਕਾਂ ਤੋਂ ਆਉਣੇ ਚਾਹੀਦੇ ਨੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਲੈਣ ਲਈ ਕਾਰੋਬਾਰ ਦਾ ਆਕਾਰ ਕਿੰਨਾ ਵੱਡਾ ਅਤੇ ਲਗਾਤਾਰ ਹੋਣਾ ਚਾਹੀਦਾ ਹੈ। ਹੁਣ ਆਉਂਦਾ ਹੈ ਇਸ ਸਿਸਟਮ ਦਾ ਸਭ ਤੋਂ ਵੱਡਾ ਆਕਰਸ਼ਣ, ਚੇਅਰਮੈਨ ਬੋਨਸ। ਕੰਪਨੀ ਆਪਣੇ ਪੂਰੇ ਗਲੋਬਲ ਟਰਨਓਵਰ ਦਾ 3% ਹਿੱਸਾ ਆਪਣੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਵੰਡਦੀ ਹੈ। ਇਸ ਦੇ ਵੀ ਅੱਗੇ 3 ਪੱਧਰ ਨੇ, ਪਰ ਇੱਥੇ ਕੱਲੀ ਨਿੱਜੀ ਵਿਕਰੀ ਕੰਮ ਨਹੀਂ ਆਉਂਦੀ, ਟੀਮ ਦਾ ਢਾਂਚਾ ਵੀ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਉਦਾਹਰਨ ਵਜੋਂ ਜੇਕਰ ਦੂਜੇ ਜਾਂ ਤੀਜੇ ਪੱਧਰ ਦੀ ਗੱਲ ਕਰੀਏ ਤਾਂ ਜਿਹੇ ਫਰੰਟਲਾਈਨ ਮੈਨੇਜਰਾਂ ਦੀ ਲੋੜ ਪਵੇਗੀ ਜੋ ਖੁਦ ਇਸ ਬੋਨਸ ਲਈ ਯੋਗ ਹੋਣ। ਕਹਿਣ ਦਾ ਭਾਵ, ਜਿਵੇਂ-ਜਿਵੇਂ ਉੱਪਰ ਜਾਵਾਂਗੇ ਇਹ ਇਨਾਮ ਸਿਰਫ ਆਪਣੇ ਕੰਮ ਤੇ ਨਹੀਂ, ਸਗੋਂ ਇਸ ਗੱਲ ਤੇ ਜ਼ਿਆਦਾ ਨਿਰਭਰ ਕਰੇਗਾ ਕਿ ਹੇਠਲੇ ਟੀਮ ਮੈਂਬਰ ਕਿੰਨੇ ਕਾਮਯਾਬ ਹੋ ਰਹੇ ਨੇ। ਆਖਰੀ ਅਤੇ 6ਵੇਂ ਭਾਗ ਵਿੱਚ ਆਪਾਂ ਗੱਲ ਕਰਾਂਗੇ ਕੁਝ ਮੁੱਖ ਨਿਯਮਾਂ ਅਤੇ ਸੁਰੱਖਿਆ ਮਾਪਦੰਡਾਂ ਬਾਰੇ। ਮੂਲ ਸਰੋਤ ਵਿੱਚ ਇੱਕ ਬਹੁਤ ਹੀ ਅਹਿਮ ਗੱਲ ਸਪਸ਼ਟ ਲਿਖੀ ਗਈ ਹੈ ਕਿ ਕੰਪਨੀ ਬਿਨਾਂ ਮਿਹਨਤ ਕੀਤੇ ਕਿਸੇ ਵੀ ਤਰ੍ਹਾਂ ਦੀ ਆਮਦਨ ਜਾਂ ਵਿੱਤੀ ਸਫਲਤਾ ਦੀ ਕੋਈ ਗਾਰੰਟੀ ਨਹੀਂ ਦਿੰਦੀ। ਸਾਰੀ ਦੀ ਸਾਰੀ ਕਮਾਈ ਸਿਰਫ ਤੇ ਸਿਰਫ ਉਤਪਾਦਾਂ ਦੀ ਵਿਕਰੀ ਤੇ ਨਿਰਭਰ ਕਰਦੀ ਹੈ। ਜੇ ਵਿਕਰੀ ਜ਼ੀਰੋ ਹੈ ਤਾਂ ਆਮਦਨ ਵੀ ਜ਼ੀਰੋ ਹੈ। ਇਹ ਤੱਥ ਇਸ ਗੱਲ ਤੇ ਮੋਹਰ ਲਗਾਉਂਦਾ ਹੈ ਕਿ ਇਸ ਢਾਂਚੇ ਵਿੱਚ ਰਾਤੋਂ-ਰਾਤ ਅਮੀਰ ਬਣਨ ਵਾਲਾ ਕੋਈ ਜਾਦੂ ਨਹੀਂ ਹੈ, ਸਗੋਂ ਠੋਸ ਮਿਹਨਤ ਦੀ ਲੋੜ ਹੈ। ਇਸ ਤੋਂ ਇਲਾਵਾ ਕੁਝ ਬਹੁਤ ਹੀ ਸਖਤ ਬੁਨਿਆਦੀ ਨਿਯਮ ਵੀ ਬਣਾਏ ਗਏ ਨੇ, ਜਿਵੇਂ ਕਿ ਕੰਪਨੀ ਵਿੱਚ ਸ਼ਾਮਿਲ ਹੋਣ ਦੀ ਜਾਂ ਸਾਲਾਨਾ ਨਵੀਨੀਕਰਨ ਯਾਨੀ ਰੀਨਿਊਅਲ ਦੀ ਕੋਈ ਫੀਸ ਨਹੀਂ ਹੈ। ਦੂਜੀ ਗੱਲ, ਸਿਰਫ ਬੰਦੇ ਜੋੜਨ ਦਾ ਕੋਈ ਪੈਸਾ ਨਹੀਂ ਮਿਲਦਾ, ਪੈਸਾ ਸਿਰਫ ਉਤਪਾਦ ਵਿਕਣ ਤੇ ਹੀ ਆਵੇਗਾ। ਇੱਕ ਹੋਰ ਸਖਤ ਹਦਾਇਤ ਇਹ ਹੈ ਕਿ ਪੈਸਿਆਂ ਦਾ ਲੈਣ-ਦੇਣ ਸਿੱਧਾ ਕੰਪਨੀ ਦੀ ਅਧਿਕਾਰਿਤ ਐਪ ਜਾਂ ਵੈਬਸਾਈਟ ਤੇ ਹੀ ਹੋਣਾ ਚਾਹੀਦਾ ਹੈ, ਕਿਸੇ ਵਿਅਕਤੀ ਦੇ ਨਿੱਜੀ ਖਾਤੇ ਵਿੱਚ ਨਹੀਂ। ਅਤੇ ਜੇਕਰ ਕੋਈ ਗਲਤ ਜਾਂ ਗੁੰਮਰਾਹਕੁਨ ਦਾਅਵੇ ਕਰਦਾ ਹੈ ਤਾਂ ਉਸ ਤੇ ਸਖਤ ਪਾਬੰਦੀਆਂ ਅਤੇ ਜੁਰਮਾਨੇ ਵੀ ਲੱਗਦੇ ਨੇ। ਇਹ ਸਭ ਇਸ ਢਾਂਚੇ ਨੂੰ ਸਾਫ਼-ਸੁਥਰਾ ਅਤੇ ਨਿਯਮਿਤ ਰੱਖਣ ਲਈ ਕੀਤਾ ਗਿਆ ਹੈ। ਖੈਰ, ਹੁਣ ਜਦੋਂ ਇਸ ਮਾਰਕੀਟਿੰਗ ਪਲਾਨ ਦੇ ਪੂਰੇ ਗਣਿਤ ਅਤੇ ਢਾਂਚੇ ਨੂੰ ਇੰਨੀ ਬਾਰੀਕੀ ਨਾਲ ਸਮਝ ਲਿਆ ਹੈ ਤਾਂ ਇੱਕ ਬਹੁਤ ਹੀ ਡੂੰਘਾ ਸਵਾਲ ਦਿਮਾਗ ਵਿੱਚ ਆਉਂਦਾ ਹੈ। ਜਦੋਂ ਕੋਈ ਸਿਸਟਮ ਟੀਮ ਦੇ ਬੋਨਸ ਅਤੇ ਵੱਡੇ ਇਨਾਮ ਲੈਣ ਲਈ ਹਰ ਮਹੀਨੇ ਲਾਜ਼ਮੀ ਵਿਕਰੀ ਦੀ ਸ਼ਰਤ ਰੱਖਦਾ ਹੈ ਤਾਂ ਅਸਲ ਵਿੱਚ ਉਤਪਾਦਾਂ ਦੀ ਵੰਡ ਅਤੇ ਸਿਰਫ ਇੱਕ ਨੈਟਵਰਕ ਦਾ ਵਿਸਤਾਰ ਕਰਨ ਵਿਚਕਾਰ ਅਸਲ ਲਕੀਰ ਕਿੱਥੇ ਖਿੱਚੀ ਜਾਂਦੀ ਹੈ। ਇਹ ਇੱਕ ਅਜਿਹਾ ਪਹਿਲੂ ਹੈ ਜੋ ਨੈਟਵਰਕ ਮਾਰਕੀਟਿੰਗ ਦੀ ਅਸਲੀਅਤ ਨੂੰ ਹੋਰ ਵੀ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ। ਇਸ ਵਿਸ਼ਲੇਸ਼ਣ ਦਾ ਹਿੱਸਾ ਬਣਨ ਲਈ ਅਤੇ ਇਸ ਗੁੰਝਲਦਾਰ ਢਾਂਚੇ ਨੂੰ ਸਮਝਣ ਲਈ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰ।